ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਤੁਹਾਡੇ ਲਈ ਟੈਸਟ ਨੰਬਰ 51 ਦਾ ਦੂਸਰਾ ਪਾਰਟ ਲੈ ਕੇ ਆਏ ਹਾਂ। ਤੇ ਆਪਾਂ ਆਪਣੀ ਲਾਸਟ ਵੀਡੀਓ ਖ਼ਤਮ ਕੀਤੀ ਸੀਗੀ 15 ਨੰਬਰ ਕੁਐਸਚਨ ਮੇ ਦਾ ਹੋਲਡਰ ਆਫ ਆ ਕਲਾਸ ਬੀ ਡਰਾਈਵਰਜ਼ ਲਾਇਸੈਂਸ ਡਰਾਈਵ ਆ ਮੋਟਰਸਾਈਕਲ ਦੇ ਉੱਪਰ ਜੀ। ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈਗੀ ਆ ਕਿ ਪਲੀਜ਼ ਆਪਣੇ ਨੋਨ ਆਪਣੇ ਫਰੈਂਡਸ ਰਿਲੇਟਿਵਸ ਨਾਲ ਜਿਹੜੇ ਕਿ ਇੰਗਲਿਸ਼ ਵਿੱਚ ਕਾਰ ਦਾ ਲਾਇਸੈਂਸ ਕਰਨਾ ਚਾਹੁੰਦੇ ਆ ਉਹਨਾਂ ਨਾਲ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ। ਤਾਂ ਉਸ ਤੋਂ ਬਿਨਾਂ ਆਪਾਂ ਔਨਲਾਈਨ ਕਲਾਸਿਸ ਵੀ ਸਟਾਰਟ ਕੀਤੀਆਂ ਹਨ ਕਾਰ ਦਾ ਲਾਇਸੈਂਸ ਕਰਾਉਣ ਦੇ ਲਈ, ਤਾਂ ਤੁਸੀਂ ਉਹਦੇ ਲਈ ਵੀ ਮੇਰੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ। ਤਾਂ ਉਹਦੇ ਲਈ ਮੇਰਾ ਨੰਬਰ ਹੈਗਾ 6318417955। ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਔਰ ਬੈਸਟ ਹੈਗਾ ਜਾਂ ਬੈਟਰ ਹੈਗਾ ਕਿ ਵਟਸਐਪ 'ਤੇ ਇੱਕ ਵਾਰੀ ਮੈਸੇਜ ਛੱਡ ਦਿਓ ਔਰ ਤੁਸੀਂ ਆਪਣੀ ਕੁਐਰੀਜ਼ ਉੱਥੇ ਭੇਜ ਸਕਦੇ ਹੋ। ਤਾਂ ਕਰਦੇ ਹਾਂ ਜੀ ਅੱਜ ਦਾ ਟੈਸਟ ਸਟਾਰਟ ਬਿਨਾਂ ਕਿਸੇ ਦੇਰੀ ਤੋਂ। 16 ਨੰਬਰ ਕੁਐਸਚਨ ਹੈ ਸਾਡੇ ਕੋਲ, ਡਰਾਈਵਰਸ ਹੂ ਅਰਾਈਵ ਐਟ ਅ ਕਲੋਜ਼ਡ ਮੂਵੇਬਲ ਬ੍ਰਿਜ। ਕਹਿੰਦਾ ਡਰਾਈਵਰ ਹੈ ਜਿਹੜੇ ਉਹ ਪਹੁੰਚ ਰਹੇ ਹੈਗੇ ਆ, ਅਰਾਈਵ ਕਰ ਰਹੇ ਇੱਕ ਬੰਦ ਮੂਵੇਬਲ ਬ੍ਰਿਜ ਮੂਵੇਬਲ ਬ੍ਰਿਜ ਮਤਲਬ ਜਿਹੜਾ ਕਦੀ ਖੁੱਲ੍ਹ ਵੀ ਸਕਦਾ ਔਰ ਫਿਰ ਬੰਦ ਹੋ ਜਾਏਗਾ। ਤਾਂ ਉਸ ਤਰ੍ਹਾਂ ਦੇ ਬ੍ਰਿਜ ਔਰ ਵਿਦ ਦਾ ਬੈਰੀਅਰਸ ਔਰ ਸੈਮੀ ਬੈਰੀਅਰ, ਔਰ ਜਿੱਥੇ ਕਿ ਬੈਰੀਅਰ ਜਾਂ ਫਿਰ ਸੈਮੀ ਬੈਰੀਅਰ ਕੀ ਹੁੰਦੇ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਫਾਟਕ ਦੇ ਉੱਪਰ ਜਿਹੜੇ ਲੱਗੇ ਹੁੰਦੇ ਆ ਡੰਡੇ ਉਹ ਹੁੰਦੇ ਆ ਬੈਰੀਅਰ, ਜਾਂ ਫਿਰ ਅੱਧੇ ਅਗਰ ਲੱਗੇ ਹੋਣ ਤਾਂ ਉਹਨੂੰ ਸੈਮੀ ਬੈਰੀਅਰ ਬੋਲ ਦਈਦਾ ਵਾ। ਇਨ ਮੋਸ਼ਨ ਔਰ ਮੋਸ਼ਨ ਦੇ ਵਿੱਚ ਹੈਗੇ ਮਤਲਬ ਕਿ ਉਹ ਹਿਲ ਜੁਲ ਚੱਲ ਰਹੀ ਉਹਨਾਂ ਦੀ, ਜੇ ਬੰਦ ਹੋ ਰਹੇ ਆ ਜਾਂ ਖੁੱਲ੍ਹ ਰਹੇ ਆ। ਤਾਂ ਮਸਟ, ਤਾਂ ਡਰਾਈਵਰਸ ਨੂੰ ਮਸਟ ਹੈਗਾ ਵਾ, ਚਾਹੀਦਾ ਹੈਗਾ। ਆਪਸ਼ਨ ਹੈ ਕਹਿੰਦਾ ਐਕਸੀਲਰੇਟ ਐਂਡ ਪਾਸ ਥਰੂ ਐਜ਼ ਫਾਸਟ ਐਜ਼ ਪੋਸੀਬਲ। ਬੀ ਹੈਗਾ ਸਟਾਪ ਵਨ ਬਿਹਾਈਂਡ ਦਾ ਅਦਰ ਇਨ ਦਾ ਐਪਰੋਪਰੀਏਟ ਲੇਨ। ਅਤੇ ਸੀ ਹੈ ਟਰਨ ਅਰਾਊਂਡ ਐਂਡ ਲੁੱਕ ਫॉर ਅਨਦਰ ਰੂਟ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਸਟਾਪ ਵਨ ਬਿਹਾਈਂਡ ਦਾ ਅਦਰ, ਕਿ ਇੱਕ ਦੂਜੇ ਦੇ ਪਿੱਛੇ ਰੋਕ ਲਵੇ ਇਨ ਦਾ ਐਪਰੋਪਰੀਏਟ ਲੇਨ, ਜਿਹੜੀ ਵੀ ਸਹੀ ਲੇਨ ਹੈਗੀ ਆ ਉਹਨਾਂ ਦੇ ਲਈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਵਾਟ ਮਸਟ ਯੂ ਡੂ, ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਇਫ ਯੂ ਆਰ ਸਟਰੈਸਡ, ਅਗਰ ਤੁਸੀਂ ਤਣਾਅ ਦੇ ਵਿੱਚ ਹੈਗੇ ਹੋ, ਸਟਰੈਸਡ ਹੈਗੇ ਹੋ। ਆਪਸ਼ਨ ਇਹ ਕਹਿੰਦਾ ਟੇਕ ਆ ਟਰੰਕਲਾਈਜ਼ਰ ਬਿਫੋਰ ਡਰਾਈਵਿੰਗ। ਆਪਸ਼ਨ ਬੀ ਆ ਅਵਾਇਡ ਡਰਾਈਵਿੰਗ। ਅਤੇ ਸੀ ਹੈਗਾ ਟੇਕ ਆ ਸਟੀਮੂਲੈਂਟ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਆਪਾਂ ਅਵਾਇਡ ਕਰਾਂਗੇ, ਬਚਾਂਗੇ ਡਰਾਈਵਿੰਗ ਤੋਂ, ਡਰਾਈਵਿੰਗ ਕਰਨ ਤੋਂ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ 18 ਨੰਬਰ, ਕਾਸਟ ਜਨਰੇਟਡ ਬਾਈ ਟ੍ਰੈਫਿਕ ਐਕਸੀਡੈਂਟ, ਜਾਂ ਆਪਾਂ ਕਹਿ ਸਕਦੇ ਹਾਂ ਕਾਸਟ ਜਨਰੇਟਡ, ਕਿ ਸਾਨੂੰ ਕੀ ਕੀਮਤ ਅਦਾ ਕਰਨੀ ਪਏਗੀ ਜਾਂ ਕਰਨੀ ਪੈਂਦੀ ਹੈ ਟ੍ਰੈਫਿਕ ਐਕਸੀਡੈਂਟ ਦੇ ਕਰਕੇ। ਠੀਕ ਹੈ ਜੀ। ਆਪਸ਼ਨ ਏ ਕਹਿੰਦਾ ਮੈਟੀਰੀਅਲ ਐਂਡ ਮੈਡੀਕਲ ਓਨਲੀ। ਬੀ ਹੈਗਾ ਮੈਟੀਰੀਅਲ, ਮੈਡੀਕਲ, ਐਡਮਿਨਿਸਟ੍ਰੇਟਿਵ ਐਂਡ ਹਿਊਮਨ। ਅਤੇ ਸੀ ਐਡਮਿਨਿਸਟ੍ਰੇਟਿਵ, ਮੈਟੀਰੀਅਲ ਐਂਡ ਮੈਡੀਕਲ ਬਟ ਨਾਟ ਹਿਊਮਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਸਾਨੂੰ ਮੈਟੀਰੀਅਲ ਜੋ ਵੀ ਮਤਲਬ ਸਮਾਨ ਦੀ ਕਹਿ ਲਓ ਕਿ ਨੁਕਸਾਨ ਹੁੰਦਾ ਵਾ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਮੈਡੀਕਲ ਜੋ ਵੀ ਖਰਚਾ ਆਉਂਦਾ ਹੈਗਾ ਜ਼ਖਮੀਆਂ ਦੇ ਉੱਪਰ, ਉਹਨਾਂ ਦੀ ਸਾਂਭ ਸੰਭਾਲ ਦੇ ਉੱਪਰ, ਉਹਦੀ ਕੀਮਤ। ਫਿਰ ਹੈਗਾ ਸਾਡਾ ਐਡਮਿਨਿਸਟ੍ਰੇਟਿਵ, ਪ੍ਰਸ਼ਾਸਨ ਐਂਬੂਲੈਂਸ ਦਾ ਆਉਣਾ, ਪੁਲਿਸ ਦਾ ਆਉਣਾ ਜਾਂ ਬਾਕੀ ਅਥਾਰਟੀ ਵਾਲਿਆਂ ਦਾ ਆਉਣਾ, ਤਾਂ ਉਹਨਾਂ ਦਾ ਖਰਚਾ। ਐਂਡ ਹਿਊਮਨ, ਐਂਡ ਆਫ ਦਾ ਡੇ ਹਿਊਮਨ ਦਾ ਵੀ ਜੋ ਨੁਕਸਾਨ ਹੁੰਦਾ। ਠੀਕ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਸਾਨੂੰ ਕੀਮਤ ਅਦਾ ਕਰਨੀ ਪੈਂਦੀ ਹੈ ਟ੍ਰੈਫਿਕ ਐਕਸੀਡੈਂਟ ਦੇ ਵਿੱਚ। ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ 19 ਨੰਬਰ, ਦਾ ਏਅਰ ਬੈਗ ਇਜ਼ ਅ ਸੇਫਟੀ ਐਲੀਮੈਂਟ। ਕਿ ਏਅਰ ਬੈਗ ਹੈ ਜਿਹੜੇ ਉਹ ਇੱਕ ਸੁਰੱਖਿਆ ਦੇਣ ਦਾ ਐਲੀਮੈਂਟ ਹੈਗਾ ਵਾ, ਇੱਕ ਚੀਜ਼ ਹੈਗੀ ਹੈ। ਵਾਟ ਡਜ਼ ਇਟ ਡੂ, ਤਾਂ ਇਹ ਕੀ ਕਰਦਾ ਹੈਗਾ। ਆਪਸ਼ਨ ਇਹ ਕਹਿੰਦਾ ਇੰਪਰੂਵਜ਼ ਦਾ ਇਫੈਕਟਿਵਨੈਸ ਆਫ ਦਾ ਸੀਟ ਬੈਲਟਸ। ਬੀ ਹੈਗਾ ਇੰਪਰੂਵਜ਼ ਦਾ ਇਫੈਕਟਿਵਨੈਸ ਆਫ ਦਾ ABS। ਅਤੇ ਸੀ ਹੈਗਾ ਇੰਪਰੂਵਜ਼ ਦਾ ਇਫੈਕਟਿਵਨੈਸ ਆਫ ਦਾ ਹੈਡਰੈਸਟ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ,
ਕਿ ਇਹ ਜਿਹੜੇ 에ਅਰ ਬੈਗ ਹੈਗੇ ਆ ਇਹ ਇੰਪਰੂਵ ਕਰਦੇ ਆ ਜਾਂ ਵਧੀਆ ਕਰ ਦਿੰਦੇ ਆ ਇਫੈਕਟਿਵਨੈਸ, ਜੋ ਵੀ ਉਹਨਾਂ ਦਾ ਪ੍ਰਭਾਵ ਹੈ ਹੋਣਾ ਵਾ, ਉਹਨਾਂ ਦੀ ਇਫੈਕਟਿਵਨੈਸ ਹੋਣੀ ਆ ਕਿੰਨਾਂ ਦੀ, ਸੀਟ ਬੈਲਟ ਦਾ। ਠੀਕ ਹੈ, ਉਸ ਨੂੰ ਹੋਰ ਵਧੀਆ ਕਰ ਦਿੰਦੇ ਆ, ਮਤਲਬ ਕਿ ਵਧੀਆ ਤਰੀਕੇ ਨਾਲ ਜਿਹੜੀ ਸੀਟ ਬੈਲਟ ਹੈ ਉਹ ਕੰਮ ਕਰੇਗੀ। ਅਗੇਨ ਇਨ ਦਾ ਕੇਸ ਆਫ ਐਕਸੀਡੈਂਟ ਹੈ ਨਾ, ਇਹ ਚੀਜ਼ ਹੁੰਦੀ ਹੈਗੀ ਆ। ਦੋਵੇਂ ਚੀਜ਼ਾਂ ਸਾਡੇ ਲਈ ਕੰਮ ਕਰਦੀਆਂ ਹੈਗੀਆਂ, ਸਾਨੂੰ ਬਚਾਉਣ ਦੇ ਵਿੱਚ ਹੈਲਪ ਕਰਦੀਆਂ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਦਿਸ ਸਾਈਨ ਇੰਡੀਕੇਟਸ। ਤਾਂ ਵਨ ਆਫ ਦਾ ਕਨਫਿਊਜ਼ਿੰਗ ਜਿਹੜਾ ਇਹ ਸਾਈਨ ਹੈਗਾ ਵਾ ਜਦੋਂ ਅਸੀਂ ਲਾਇਸੈਂਸ ਕਰ ਰਹੇ ਹੁੰਦੇ ਹਾਂ, ਤਾਂ ਕੀ ਦੱਸ ਰਿਹਾ ਸਾਨੂੰ? ਆਪਸ਼ਨ ਏ ਦੇ ਵਿੱਚ ਕਹਿੰਦਾ ਪ੍ਰੋਹਿਬਿਸ਼ਨ ਔਨ ਯੂਜ਼ਿੰਗ ਦਾ ਰੋਡਵੇ ਫॉर ਪੈਡਸਟਰੀਅਨਸ। ਬੀ ਹੈਗਾ ਦਾ proximity of a place frequented by children like schools or playgrounds. B ਹੈਗਾ proximity of a place frequented by pedestrians। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਜਿਹੜਾ ਸਾਈਨ ਹੈ ਸਾਨੂੰ ਪ੍ਰੋਕਸੀਮਿਟੀ, ਨੀਅਰਨੈਸ, ਨੇੜਤਾ ਦੱਸ ਰਿਹਾ ਹੈਗਾ ਇੱਕ ਜਗ੍ਹਾ ਦੀ, ਫਰੀਕੁਐਂਟਡ ਬਾਈ ਪੈਡਸਟਰੀਅਨ, ਜਿੱਥੇ ਕਿ ਆਮ ਹੀ ਤੁਹਾਨੂੰ ਪੈਡਸਟਰੀਅਨ ਮਿਲ ਜਾਣਗੇ ਜਾਂ ਉਹ ਕ੍ਰੋਸ ਕਰ ਰਹੇ ਹੋਣਗੇ ਉਸ ਜਗ੍ਹਾ ਤੋਂ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। 21 ਨੰਬਰ ਕੁਐਸਚਨ ਹੈ ਸਾਡੇ ਕੋਲ, ਵਾਈ ਡਜ਼ ਦਾ ਨੰਬਰ ਆਫ ਡੈਥਸ, ਕਿ ਕਿਸ ਗੱਲ ਤੋਂ ਜਿਹੜੀ ਨੰਬਰ ਆਫ ਡੈਥ ਹੈਗੀ ਹੈ ਜਾਂ ਗਿਣਤੀ ਹੈਗੀ ਮੌਤਾਂ ਦੀ ਇਨ ਟ੍ਰੈਫਿਕ ਐਕਸੀਡੈਂਟ ਦੇ ਵਿੱਚ ਇਨਕਰੀਜ਼ ਵੱਧ ਜਾਂਦੀ ਹੈ, ਰੈਪਿਡਲੀ ਮਤਲਬ ਤੇਜ਼ੀ ਨਾਲ, ਸਟਾਰਟਿੰਗ ਫਰੋਮ ਏਜ 15-16, ਕਿ 15-16 ਸਾਲ ਦੀ ਜਦੋਂ ਉਮਰ ਹੈ ਨਾ ਹੁੰਦੀ ਹੈਗੀ ਹੈ ਉਸ ਟਾਈਮ ਦੇ ਉੱਪਰ। ਤਾਂ ਆਪਸ਼ਨ ਕਹਿੰਦਾ ਬਿਕੋਜ਼ ਇਟ ਇਨਕਰੀਜ਼ਿਜ਼ ਦਾ ਨੰਬਰ ਆਫ ਐਕਸੀਡੈਂਟ ਇਨਵੋਲਵਿੰਗ ਸਾਈਕਲਿਸਟਸ। B ਹੈਗਾ ਬਿਕੋਜ਼ ਇਨ ਸਿਟੀਜ਼ ਦਾ ਨੰਬਰ ਆਫ ਪੈਡਸਟਰੀਅਨ ਕੋਲੀਜ਼ਨਸ ਇਨਕਰੀਜ਼ਿਜ਼ ਸਟਾਰਟਿੰਗ ਫਰੋਮ ਦਿਸ ਏਜ। ਤੇ C ਹੈਗਾ ਬਿਕੋਜ਼ ਦਾ ਏਜ coincides with the first use of mopeds। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਸੌਰੀ ਸੀ ਜੀ, ਕਿ ਬਿਕੋਜ਼ ਦਿਸ ਏਜ, ਕਿ ਜਿਹੜੀ ਇਹ ਉਮਰ ਹੈਗੀ ਹੈ ਕੋਇਨਸਾਈਡ, ਕੀ ਮਤਲਬ ਹੈ ਕੋਇਨਸਾਈਡ ਦਾ? ਸੁਮੇਲ ਖਾਣਾ ਜਾਂ ਮੇਲ ਖਾਂਦੀ ਹੈ ਕਿਹਦੇ ਨਾਲ? ਵਿਦ ਦਾ ਫਸਟ ਯੂਜ਼ ਆਫ ਮੋਪੇਡ, ਜਿਹੜੇ ਪਹਿਲੀ ਵਾਰੀ ਹੈਗੇ ਆ ਮੋਪੇਡ ਯੂਜ਼ ਕਰ ਰਹੇ ਹੁੰਦੇ ਆ। ਤਾਂ ਕਿਉਂਕਿ ਇੱਥੇ ਜਿਹੜਾ ਸਪੇਨ ਦੇ ਵਿੱਚ ਹੈਗਾ, ਤੁਸੀਂ 15 ਸਾਲ ਦੀ ਉਮਰ ਵਿੱਚ ਮੋਪੇਡ ਦਾ ਲਾਇਸੈਂਸ, ਜਿਹਨੂੰ ਕਿ ਆਪਾਂ AM ਪਰਮਿਟ ਬੋਲਦੇ ਹਾਂ, ਉਹ ਲੈ ਸਕਦੇ ਹੈਗੇ ਹੋ। ਤਾਂ ਉਸ ਟਾਈਮ ਦੇ ਉੱਪਰ ਨਵਾਂ ਲਾਇਸੈਂਸ ਮਿਲਦਾ ਜਦੋਂ, ਹਾਂ, ਤਾਂ ਕਿਉਂਕਿ ਨਵਾਂ ਨੂੰ ਲਾਇਸੈਂਸ ਮਿਲਦਾ ਹੈਗਾ, ਉਮਰ ਥੋੜ੍ਹੀ ਘੱਟ ਹੁੰਦੀ ਹੈ, ਤਾਂ ਉਹ ਜਿਹੜਾ ਟਾਈਮ ਹੈਗਾ ਬਹੁਤ ਐਕਸੀਡੈਂਟ ਹੁੰਦੇ ਆ ਇਸ ਏਜ ਗਰੁੱਪ ਵਾਲਿਆਂ ਦੇ, 15 ਜਾਂ 16 ਸਾਲ। ਤਾਂ ਇਸ ਕਰਕੇ ਜਿਹੜਾ ਉਹ ਕਹਿੰਦਾ ਹੈਗਾ ਕਿ ਬਹੁਤ ਗਿਣਤੀ ਵੱਧ ਜਾਂਦੀ ਹੈਗੀ ਹੈ ਨੰਬਰ ਆਫ ਡੈਥਸ ਦੀ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਡਜ਼ ਦਿਸ ਟ੍ਰੈਫਿਕ ਸਾਈਨ ਪੁਆਇੰਟ ਆਊਟ, ਕਿ ਇਹ ਜਿਹੜਾ ਸਾਈਨ ਹੈ ਸਾਨੂੰ ਕੀ ਪੁਆਇੰਟ ਆਊਟ ਕਰ ਰਿਹਾ ਜਾਂ ਸਾਨੂੰ ਕੀ ਦੱਸ ਰਿਹਾ ਹੈਗਾ? ਆਪਸ਼ਨ ਹੈਗਾ ਐਕਸੈਸ ਪ੍ਰੋਹਿਬਿਟਡ ਟੂ ਦਾ ਸਾਈਟ ਇੰਡੀਕੇਟਡ ਬਾਈ ਦਾ ਸਾਈਨ। ਬੀ ਹੈਗਾ ਡੂ ਨਾਟ ਸਟਾਪ in the place marked by the traffic sign। ਤੇ C ਹੈਗਾ do not continue without going through the toll booth, customs control, police station or another checkpoint। ਤੇ ਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ C ਜੀ, ਕਿ ਜਿਹੜਾ ਇਹ ਸਾਈਨ ਹੈ ਸਾਨੂੰ ਦੱਸਦਾ ਹੈਗਾ ਕਿ ਅਸੀਂ ਕੰਟੀਨਿਊ ਨਹੀਂ ਕਰ ਸਕਦੇ, ਮਤਲਬ ਕਿ ਨਹੀਂ ਚੱਲਦੇ ਰਹਿ ਸਕਦੇ, ਵਿਦਾਊਟ ਗੋਇੰਗ ਥਰੂ, ਬਿਨਾਂ ਇੱਧਰੋਂ ਲੰਘੇ ਹੋਏ, ਕਿੱਥੋਂ? ਟੂਲ ਬੂਥ ਤੋਂ, ਕਸਟਮਰ ਕੰਟਰੋਲ ਜਿੱਥੇ ਕਿ ਨਾ ਕੰਟਰੋਲ ਵਗੈਰਾ ਹੁੰਦੇ ਹੈਗੇ ਆ, ਪੁਲਿਸ ਸਟੇਸ਼ਨ ਤੋਂ, ਔਰ ਅਨਦਰ ਕੋਈ ਚੈੱਕ ਪੁਆਇੰਟ ਜਾਂ ਕੋਈ ਹੋਰ ਚੈੱਕ ਪੁਆਇੰਟ ਹੈ ਜਿੱਥੇ ਉੱਥੇ ਮਤਲਬ ਅਸੀਂ ਬਿਨਾਂ ਰੁਕੇ ਤੋਂ ਜਾਂ ਬਿਨਾਂ ਇੱਥੋਂ ਲੰਘੇ ਤੋਂ ਅਸੀਂ ਅੱਗੇ ਨਹੀਂ ਜਾ ਸਕਦੇ ਹੈਗੇ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਅ ਸਪੈਸ਼ਲ ਵਹੀਕਲ, ਕੋਈ ਵੀ ਸਪੈਸ਼ਲ ਵਹੀਕਲ ਹੈ ਨਾ, ਕਹਿੰਦਾ ਲੈਕਿੰਗ ਬ੍ਰੇਕ ਸਿਗਨਲਸ, ਜਿਹਦੇ ਵਿੱਚ ਕਿ ਕਮੀ ਹੈਗੀ ਆ ਬ੍ਰੇਕ ਸਿਗਨਲ ਦੀ, ਜਾਂ ਆਪਾਂ ਸਿੰਪਲ ਸ਼ਬਦਾਂ 'ਚ ਕਹੀਏ ਕਿ ਉਹਨਾਂ ਦੇ ਬ੍ਰੇਕਾਂ ਵਾਲੇ ਜਿਹੜੇ ਲਾਈਟਾਂ ਹੁੰਦੀਆਂ ਪਿੱਛੇ ਸਿਗਨਲ ਹੁੰਦਾ ਉਹ ਨਹੀਂ ਹੈਗਾ, ਤਾਂ ਮਸਟ ਨਾਟ ਐਕਸੀਡ, ਉਹ ਨਹੀਂ ਕਰਨਗੇ ਜ਼ਿਆਦਾ, ਐਕਸੀਡ ਦਾ ਮਤਲਬ ਜ਼ਿਆਦਾ, ਆ ਮੈਕਸੀਮਮ ਸਪੀਡ, ਆਪਣੀ ਵੱਧ ਤੋਂ ਵੱਧ ਜਿਹੜੀ ਸਪੀਡ ਹੈਗੀ ਉਹਨਾਂ ਦੀ ਕਿੰਨੀ ਨਹੀਂ ਕਰ ਸਕਦੇ? ਆਪਸ਼ਨ ਹੈ ਕਹਿੰਦਾ 40 ਕਿਲੋਮੀਟਰ ਪਰ ਆਰ,
ਬੀ ਹੈਗਾ 25 ਕਿਲੋਮੀਟਰ ਪਰ ਆਵਰ ਤੇ ਸੀ ਹੈਗਾ 70 ਕਿਲੋਮੀਟਰ ਪਰ ਆਵਰ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਜਿਹੜੇ ਵੀ ਵਹੀਕਲ ਜਿਨ੍ਹਾਂ ਦੇ ਵਿੱਚ ਕਿ ਕਮੀ ਹੋਏਗੀ ਬ੍ਰੇਕ ਲਾਈਟਸ ਦੀ ਜਾਂ ਬ੍ਰੇਕ ਸਿਗਨਲ ਦੀ, ਉਹ ਆਪਣੀ ਸਪੀਡ 25 ਤੋਂ ਜ਼ਿਆਦਾ ਨਹੀਂ ਕਰ ਸਕਦੇ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ 24 ਨੰਬਰ, ਅਰੈਸਟਿੰਗ ਡਿਊਰਿੰਗ ਅ ਟ੍ਰਿਪ, ਆਰਾਮ ਕਰਨਾ ਇੱਕ ਟ੍ਰਿਪ ਦੇ ਦੌਰਾਨ ਜਾਂ ਜੇ ਤੁਸੀਂ ਕਿਤੇ ਜਾ ਰਹੇ ਹੋ ਨਾ ਉਸ ਟਾਈਮ ਦੇ ਦੌਰਾਨ। ਆਪਸ਼ਨ ਕਹਿੰਦਾ ਇਜ਼ ਓਨਲੀ ਰਿਕਮੈਂਡਡ ਫॉर नो ਵਾਇਸ ਡਰਾਈਵਰਸ, ਬੀ ਹੈਗਾ ਇਜ਼ ਅ ਵੇ ਟੂ ਅਵਾਇਡ ਫੈਟਿਗ ਤੇ ਸੀ ਹੈਗਾ ਇਜ਼ ਓਨਲੀ ਨੈਸੈਸਰੀ ਫॉर ਪ੍ਰੋਫੈਸ਼ਨਲ ਡਰਾਈਵਰਸ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਇੱਕ ਵੇ ਹੈਗਾ ਵਾ, ਇੱਕ ਤਰੀਕਾ ਹੈਗਾ ਵਾ ਟੂ ਅਵਾਇਡ ਫੈਟਿਗ, ਮਤਲਬ ਕਿ ਥਕਾਵਟ ਤੋਂ ਬਚਣ ਦਾ। ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ 25 ਨੰਬਰ, ਵੈਨ ਡਰਾਈਵਿੰਗ, ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਵਾਟ ਪ੍ਰੀਕਾਸ਼ਨਸ ਸ਼ੁੱਡ ਬੀ ਟੇਕਨ, ਪ੍ਰੀਕਾਸ਼ਨਸ ਮਤਲਬ ਸਾਵਧਾਨੀਆਂ, ਤਾਂ ਕੀ ਸਾਵਧਾਨੀਆਂ ਤੁਹਾਨੂੰ ਲੈਣੀਆਂ ਚਾਹੀਦੀਆਂ ਹਨ ਇਫ ਇਟ ਇਜ਼ ਰੇਨਿੰਗ ਹੈਵਲੀ, ਕਿ ਅਗਰ ਬਹੁਤ ਤੇਜ਼ ਮੀਂਹ, ਬਹੁਤ ਹੈਵੀ ਰੇਨ ਹੋ ਰਹੀ ਹੈਗੀ ਹੈ ਤਾਂ। ਆਪਸ਼ਨ ਕਹਿੰਦਾ ਨਨ, ਇਫ ਦੇਰ ਆਰ ਨੋ ਔਨਕਮਿੰਗ ਵਹੀਕਲਸ, ਬੀ ਹੈਗਾ ਰਿਡਿਊਸ ਸਪੀਡ ਐਂਡ ਇਫ ਨੈਸੈਸਰੀ ਸਟਾਪ ਦਾ ਵਹੀਕਲ ਤੇ ਸੀ ਹੈਗਾ ਮੇਨਟੇਨ ਸਪੀਡ ਐਂਡ ਬੀ ਅਲਰਟ ਟੂ ਵਰਟੀਕਲ ਸਾਈਨਸ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਅਸੀਂ ਰਿਡਿਊਸ ਕਰ ਲਾਂਗੇ, ਘੱਟ ਕਰ ਲਾਂਗੇ ਸਪੀਡ ਨੂੰ, ਔਰ ਅਗਰ ਇਫ ਨੈਸੈਸਰੀ ਜੇਕਰ ਜ਼ਰੂਰੀ ਹੋਇਆ ਤਾਂ ਸਟਾਪ ਦਾ ਵਹੀਕਲ, ਵਹੀਕਲ ਨੂੰ ਰੋਕ ਹੀ ਲਵਾਂਗੇ। ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। 26 ਨੰਬਰ ਕੁਐਸਚਨ ਹੈ ਸਾਡੇ ਕੋਲ, ਦਾ ਗ੍ਰੀਨ ਵਹੀਕਲ ਸਲੋਜ਼ ਡਾਊਨ, ਕਿ ਜਿਹੜਾ ਹਰੇ ਰੰਗ ਦਾ ਵਹੀਕਲ ਹੈ ਉਹ ਸਲੋ ਡਾਊਨ ਕਰ ਰਿਹਾ ਹੈ, ਜਿਹੜਾ ਬਿਲਕੁਲ ਸੱਜੇ ਹੱਥ ਅਸੀਂ ਪਿਛਲੇ ਪਾਸੇ ਦੇਖਦੇ ਪਏ ਹਾਂ ਨਾ, ਬਿਕੋਜ਼ ਦਾ ਓਵਰਟੇਕਿੰਗ ਬੀਇੰਗ ਡਨ, ਕਿਉਂਕਿ ਜਿਹੜਾ ਓਵਰਟੇਕਿੰਗ ਕੀਤੀ ਜਾ ਰਹੀ ਹੈ ਬਾਈ ਦਾ ਵਾਈਟ ਵਹੀਕਲ, ਚਿੱਟੇ ਰੰਗ ਦੀ ਕਾਰ ਰਾਹੀਂ, ਇਜ਼ ਡੇਂਜਰਸ, ਉਹ ਖਤਰਨਾਕ ਹੈ। ਕਿਉਂ ਖਤਰਨਾਕ ਹੈ, ਕੀ ਦੇਖ ਰਹੇ ਹਾਂ ਅਸੀਂ, ਉਹਦੇ ਸਾਹਮਣੇ ਦੇ ਇੱਕ ਗੱਡੀ ਬਹੁਤ ਹੀ ਉਹਦੇ ਨੇੜੇ ਆ ਚੁੱਕੀ ਹੈ, ਤਾਂ ਇਸ ਕਰਕੇ ਉਹ ਕਹਿ ਰਿਹਾ ਕਿ ਡੇਂਜਰਸ ਹੈ। ਫਿਲਹਾਲ ਸਿਚੁਏਸ਼ਨ ਬਣ ਗਈ ਵਾਈਟ ਕਾਰ ਦੇ ਲਈ। ਤਾਂ ਇਜ਼ ਦੈਟ ਕਰੈਕਟ, ਤਾਂ ਕੀ ਇਹ ਠੀਕ ਹੈ, ਕੀ ਚੀਜ਼ ਉਹ ਕਹਿ ਰਿਹਾ ਠੀਕ ਹੈਗੀ ਹੈ, ਕਿ ਜਿਹੜਾ ਗ੍ਰੀਨ ਵਹੀਕਲ ਹੈ ਉਹ ਹੈ ਨਾ ਸਲੋ ਡਾਊਨ ਕਰ ਰਿਹਾ, ਤਾਂ ਉਹ ਠੀਕ ਕਰ ਰਿਹਾ ਕਹਿੰਦਾ। ਤਾਂ ਆਪਸ਼ਨ ਕਹਿੰਦਾ ਨੋ, ਬਿਕੋਜ਼ ਦਾ ਔਨ ਕਮਿੰਗ ਵਹੀਕਲ ਇਨ ਦਾ ਆਪੋਜ਼ਿਟ ਡਾਇਰੈਕਸ਼ਨ ਹੈਜ਼ ਆਲਰੇਡੀ ਵਾਰਨਡ them of the danger with lights, B ਹੈਗਾ yes, so that the white vehicle can return to the right as soon as possible, ਤੇ C ਹੈਗਾ no, the green vehicle should not vary its speed। ਤੇ ਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ B ਜੀ, ਕਿ ਹਾਂ ਹਰੇ ਰੰਗ ਦਾ ਵਹੀਕਲ, ਗ੍ਰੀਨ ਵਹੀਕਲ ਹੈ ਜਿਹੜਾ ਉਹ ਸਲੋ ਡਾਊਨ ਕਰਕੇ ਸਹੀ ਕਰ ਰਿਹਾ। ਕਿਉਂ, ਸੋ ਦੈਟ ਦਾ ਵਾਈਟ ਵਹੀਕਲ, ਕਿ ਜਿਹੜਾ ਚਿੱਟੇ ਰੰਗ ਦੀ ਕਾਰ ਹੈਗੀ ਹੈ, ਕੈਨ ਰਿਟਰਨ, ਮੁੜ ਸਕੇ, ਟੂ ਦਾ ਰਾਈਟ, ਸੱਜੇ ਹੱਥ ਨੂੰ, ਐਜ਼ ਸੂਨ ਐਜ਼ ਪੋਸੀਬਲ, ਜਿੰਨੀ ਛੇਤੀ ਸੰਭਵ ਹੋ ਸਕੇ। ਤਾਂ ਮਤਲਬ ਕਿ ਅਗਰ ਥੋੜਾ ਸਲੋ ਕਰੇਗਾ ਗ੍ਰੀਨ ਕਲਰ ਦਾ ਵਹੀਕਲ ਹੈ ਜਿਹੜਾ, ਤਾਂ ਕੀ ਹੋਊਗਾ, ਥੋੜੀ ਜ਼ਿਆਦਾ ਜਗ੍ਹਾ ਮਿਲ ਜੇਗੀ ਉਹਨੂੰ ਰਾਈਟ ਆਉਣ ਦੇ ਲਈ, ਤਾਂ ਇਸ ਕਰਕੇ ਉਹ ਸਲੋ ਡਾਊਨ ਕਰਕੇ ਸਹੀ ਕਰ ਰਿਹਾ ਹੈ, ਉਹਨੂੰ ਡੇਂਜਰਸ ਸਿਚੁਏਸ਼ਨ 'ਚ ਕੱਢਣ ਦੇ ਲਈ ਉਹ ਇੱਦਾਂ ਕਰ ਰਿਹਾ, ਤਾਂ ਠੀਕ ਕਰ ਰਿਹਾ ਹੈਗਾ। ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਕਹਿੰਦਾ ਡਰਾਈਵਰ ਅਵਾਇਡ ਐਨ ਐਕਸੀਡੈਂਟ, ਕਿ ਕੀ ਇੱਕ ਡਰਾਈਵਰ ਹੈ ਜਿਹੜਾ ਉਹ ਬਚ ਸਕਦਾ, ਅਵਾਇਡ ਕਰ ਸਕਦਾ ਐਕਸੀਡੈਂਟ ਤੋਂ, ਬਿਕੋਜ਼ ਆਫ ਦਾ ਕੰਡੀਸ਼ਨ ਆਫ ਦਾ ਵਹੀਕਲ, ਜੋ ਕਿ ਵਹੀਕਲ ਦੀ ਕੰਡੀਸ਼ਨ ਕਰਕੇ ਹੋ ਸਕਦਾ ਹੈਗਾ, ਉੱਦਾਂ ਦੇ ਐਕਸੀਡੈਂਟ ਤੋਂ ਬਚ ਸਕਦਾ। ਆਪਸ਼ਨ ਕਹਿੰਦਾ ਨੋ, because the driver is not responsible for the maintenance of the vehicle, B ਹੈਗਾ yes in a way because the condition of the vehicle depends on them, ਤੇ C ਹੈਗਾ no, a mechanical failure is always unpredictable and inevitable। ਤੇ ਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ B ਜੀ, ਕਿ yes in a way, ਇੱਕ ਤਰੀਕੇ ਦੇ ਨਾਲ,
ਬਿਕੋਜ਼ ਕਿਉਂਕਿ ਦ ਕੰਡੀਸ਼ਨ ਆਫ ਦਾ ਵਹੀਕਲ ਕਿ ਜਿਹੜੀ ਹਾਲਤ ਹੈਗੀ ਹੈ ਵਹੀਕਲ ਦੀ ਡਿਪੈਂਡਸ ਔਨ ਦੈਮ ਉਹਨਾਂ ਦੇ ਉੱਪਰ ਨਿਰਭਰ ਕਰਦੀ ਹੈ। ਕਿਹਨਾਂ ਦੇ ਉੱਪਰ ਮਤਲਬ ਕਿ ਡਰਾਈਵਰ ਦੇ ਉੱਪਰ ਜਾਂ ਮਾਲਕ ਦੇ ਉੱਪਰ ਹੈ ਨਾ ਨਿਰਭਰ ਕਰਦੀ ਹੈਗੀ ਆ। ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। 28 ਨੰਬਰ ਕੁਐਸਚਨ ਹੈ ਸਾਡੇ ਕੋਲ ਵੈਨ ਇਜ਼ ਓਵਰਟੇਕਿੰਗ ਪ੍ਰੋਹਿਬਿਟਡ। ਕਦੋਂ ਜਿਹੜੀ ਓਵਰਟੇਕਿੰਗ ਹੈ ਉਹਦੀ ਮਨਾਹੀ ਹੈਗੀ ਆ? ਇਨ ਟਨਲਸ, ਟਨਲ ਦੇ ਅੰਦਰ। ਠੀਕ ਹੈ ਜੀ। ਆਪਸ਼ਨ ਇਹ ਕਹਿੰਦਾ ਵੈਨ ਦ ਟਨਲ ਇਜ਼ ਨਾਟ ਲਿਟ। ਬੀ ਹੈਗਾ ਵੈਨ ਦੇਰ ਇਜ਼ ਓਨਲੀ ਵਨ ਲੇਨ ਇਨ ਈਚ ਡਾਇਰੈਕਸ਼ਨ। ਅਤੇ ਸੀ ਹੈ ਵੈਨ ਦੇਰ ਇਜ਼ ਮੋਰ ਦੈਨ ਵਨ ਲੇਨ ਇਨ ਈਚ ਡਾਇਰੈਕਸ਼ਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ ਕਿ ਜਦੋਂ ਦੇਰ ਇਜ਼ ਓਨਲੀ ਵਨ ਲੇਨ ਉੱਥੇ ਸਿਰਫ ਇੱਕ ਹੀ ਲੇਨ ਹੋਏਗੀ ਇਨ ਈਚ ਡਾਇਰੈਕਸ਼ਨ। ਕੀ ਮਤਲਬ ਹੈਗਾ ਈਚ ਡਾਇਰੈਕਸ਼ਨ ਦਾ? ਮਤਲਬ ਇੱਕ ਹੀ ਲੇਨ ਜਾਣ ਦੇ ਲਈ ਔਰ ਇੱਕ ਹੀ ਲੇਨ ਆਉਣ ਦੇ ਲਈ ਹੈਗੀ ਆ। ਜਿਵੇਂ ਅਸੀਂ ਫੋਟੋ 'ਚ ਵੀ ਦੇਖ ਰਹੇ ਹਾਂ ਤਾਂ ਇੱਦਾਂ ਦੀ ਥਾਂ ਦੇ ਉੱਪਰ ਸਾਨੂੰ ਓਵਰਟੇਕਿੰਗ ਕਰਨ ਦੀ ਮਨਾਹੀ ਹੋਏਗੀ ਟਨਲ ਦੇ ਅੰਦਰ। ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। 29 ਨੰਬਰ ਕੁਐਸਚਨ ਹੈ ਸਾਡੇ ਕੋਲ ਦਾ ਸਾਈਨ ਇਨ ਦਾ ਫੋਟੋਗ੍ਰਾਫ ਕਿ ਜਿਹੜਾ ਅਸੀਂ ਸਾਈਨ ਦੇਖ ਰਹੇ ਹਾਂ ਫੋਟੋ ਦੇ ਵਿੱਚ ਇੰਡੀਕੇਟਸ ਉਹ ਦੱਸ ਰਿਹਾ ਸਾਨੂੰ ਕਿ ਆਪਸ਼ਨ ਹੈ ਕਹਿੰਦਾ ਨੈਰੋਇੰਗ ਔਨ ਦਾ ਰਾਈਟ। ਬੀ ਹੈਗਾ ਨੈਰੋਇੰਗ ਔਨ ਦਾ ਲੈਫਟ। ਅਤੇ ਸੀ ਹੈਗਾ ਨੈਰੋਇੰਗ ਔਨ ਦਾ ਰਾਈਟ ਐਂਡ ਲੈਫਟ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ ਕਿ ਜਿਹੜਾ ਅਸੀਂ ਸਾਈਨ ਦੇਖ ਰਹੇ ਹਾਂ ਉਹ ਸਾਨੂੰ ਦੱਸ ਰਿਹਾ ਹੈਗਾ ਕਿ ਰੋਡ ਹੈ ਜਿਹੜਾ ਉਹ ਨੈਰੋ ਹੋ ਰਿਹਾ ਔਰ ਨੈਰੋ ਵੀ ਕਿੱਧਰੋਂ ਹੋ ਰਿਹਾ? ਲੈਫਟ ਸਾਈਡ ਤੋਂ, ਹੈ ਨਾ। ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। 51 ਨੰਬਰ ਚਾਹੀਦਾ ਸਾਡੇ ਕੋਲ ਲਾਸਟ ਕੁਐਸਚਨ ਹੈਗਾ 30 ਨੰਬਰ ਹੂ ਮੀਟਸ ਦਾ ਕਾਜ਼ ਆਫ ਟ੍ਰੈਫਿਕ ਐਕਸੀਡੈਂਟਸ। ਮੀਟਸ ਦਾ ਕਾਸਟ ਅਗੇਨ ਇਹਦਾ ਮਤਲਬ ਹੈਗਾ ਇੱਕ ਫਰੇਜ਼ ਟਾਈਪ ਹੈਗਾ ਕਿ ਕਿਹੜਾ ਖਰਚਾ ਚੱਕਦਾ ਹੈਗਾ ਵਾ ਜਾਂ ਕਿਹਦੇ 'ਤੇ ਖਰਚਾ ਪੈਂਦਾ ਹੈਗਾ ਟ੍ਰੈਫਿਕ ਐਕਸੀਡੈਂਟ ਦਾ, ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਉਹਨਾਂ ਦਾ। ਤਾਂ ਆਪਸ਼ਨ ਏ ਕਹਿੰਦਾ ਓਨਲੀ ਦਾ ਪਬਲਿਕ ਐਡਮਿਨਿਸਟ੍ਰੇਸ਼ਨਸ ਐਂਡ ਇੰਸ਼ੋਰੈਂਸ ਕੰਪਨੀਜ਼। ਬੀ ਹੈਗਾ ਇੰਸ਼ੋਰੈਂਸ ਕੰਪਨੀਜ਼ ਨਾਟ ਸਿਟੀਜ਼ਨਸ। ਅਤੇ ਸੀ ਹੈਗਾ ਆਲ ਸਿਟੀਜ਼ਨਸ ਡਾਇਰੈਕਟਲੀ ਔਰ ਇਨਡਾਇਰੈਕਟਲੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਆਲ ਸਿਟੀਜ਼ਨਸ ਮਤਲਬ ਕਿ ਸਾਰੇ ਹੀ ਜਿਹੜੇ ਨਾਗਰਿਕ ਹੈਗੇ ਆ ਚਾਹੇ ਉਹ ਡਾਇਰੈਕਟਲੀ ਸਿੱਧੇ ਤੌਰ 'ਤੇ ਜਾਂ ਫਿਰ ਇਨਡਾਇਰੈਕਟਲੀ ਅਸਿੱਧੇ ਤੌਰ 'ਤੇ ਕਿਤੇ ਨਾ ਕਿਤੇ ਇਹ ਹੋ ਰਹੀਆਂ ਦੁਰਘਟਨਾਵਾਂ ਲਈ ਪੇ ਕਰਦੇ ਆ, ਪੈਸੇ ਦਿੰਦੇ ਆ। ਮਤਲਬ ਕਿ ਅਗਰ ਆਪਾਂ ਹੋਰ ਸਿੰਪਲ ਸ਼ਬਦਾਂ 'ਚ ਕਹੀਏ ਤਾਂ ਜੋ ਵੀ ਮਤਲਬ ਪੁਲਿਸ ਦਾ ਖਰਚਾ ਪੈਂਦਾ, ਐਂਬੂਲੈਂਸ ਦਾ ਖਰਚਾ ਪੈਂਦਾ ਜਾਂ ਰੋਡ ਨੂੰ ਬਾਅਦ 'ਚ ਸਹੀ ਕਰਨ ਦੇ ਵਿੱਚ ਖਰਚਾ ਪੈਂਦਾ ਜਾਂ ਹੋਰ ਉਹ ਸਾਰਾ ਹੀ ਕਿਤੇ ਨਾ ਕਿਤੇ ਸਾਡੇ ਤੋਂ ਲਿਆ ਜਾਂਦਾ ਬਾਈ ਟੈਕਸ ਜਾਂ ਕਿਸੇ ਹੋਰ ਤਰੀਕੇ ਦੇ ਨਾਲ। ਤਾਂ ਸਾਰੇ ਹੀ ਸਿਟੀਜ਼ਨ ਕਿਤੇ ਨਾ ਕਿਤੇ ਹੈ ਨਾ ਉਸ ਦੀ ਕੀਮਤ ਅਦਾ ਕਰਦੇ ਆ ਜਿਹੜੇ ਟ੍ਰੈਫਿਕ ਐਕਸੀਡੈਂਟ ਹੁੰਦੇ ਹੈਗੇ ਆ। ਠੀਕ ਹੈ ਜੀ। ਤਾਂ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਟੈਸਟ ਇੱਥੇ ਖਤਮ ਹੁੰਦਾ ਹੈਗਾ। ਤਾਂ ਅਗਰ ਕਿਸੇ ਦਾ ਕੋਈ ਵੀ ਕੁਐਸਚਨ ਹੋਵੇ ਔਨਲਾਈਨ ਕਲਾਸਿਸ ਦੇ ਰਿਗਾਰਡਿੰਗ ਤਾਂ ਉਹ ਮੈਨੂੰ ਕਾਲ ਜਾਂ ਵਟਸਐਪ ਕਰ ਸਕਦੇ ਆ। ਮੈਂ ਇੱਕ ਵਾਰੀ ਨੰਬਰ ਫਿਰ ਰਿਪੀਟ ਕਰ ਦਿੰਦਾ ਹੈਗਾ 6318417995। ਤਾਂ ਤੁਸੀਂ ਇਸ ਨੰਬਰ 'ਤੇ ਮੈਨੂੰ ਵਟਸਐਪ ਕਰ ਸਕਦੇ ਹੋ ਜਾਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ। ਤਾਂ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਦੇ ਨਾਲ ਇੱਕ ਨਵੇਂ ਟੈਸਟ ਦੇ ਨਾਲ। ਤਾਂ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।